हाँ जी, वाहिगुरु जी का खालसा वाहिगुरु जी की फतेह। ਸਰਬੰਸਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 42 ਸਾਲ ਦੇ ਛੋਟੇ ਜਿਹੇ ਜੀਵਨ ਕਾਲ ਵਿੱਚ ਕੁੱਲ 14 ਜੰਗਾਂ ਲੜੀਆਂ ਸਨ। ਇੱਕ ਤੋਂ ਇੱਕ ਵੱਧ ਕੇ ਅਸਾਮੀਆਂ ਜੰਗਾਂ ਹੋਣ ਦੇ ਬਾਅਦ ਵੀ ਆਪਣੇ ਜੰਗੀ ਜੋਹਰ ਤੇ ਯੁੱਧ ਨੀਤਿਕ ਸਮਝ ਕਾਰਨ ਗੁਰੂ ਸਾਹਿਬ ਨੇ ਹਰ ਵਾਰ ਜਿੱਤ ਪ੍ਰਾਪਤ ਕੀਤੀ। ਇੱਕ ਵਾਰ ਵੀ ਦੁਸ਼ਮਣ ਨੂੰ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਜਿਨ੍ਹਾਂ ਚੋਂ ਗੁਰੂ ਸਾਹਿਬ ਦੀ ਪਹਿਲੀ ਜੰਗ ਸੀ ਭੰਗਾਣੀ ਦਾ ਯੁੱਧ, ਜੋ ਉਹਨਾਂ ਨੇ 22 ਸਾਲ ਦੀ ਉਮਰ ਵਿੱਚ ਲੜਿਆ ਸੀ। ਇਸਲਾਮ ਵੱਲ ਵੇਖੀਏ ਤਾਂ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਜੀਵਨ ਦੀ ਪਹਿਲੀ ਜੰਗ ਬਦਰ ਵਿੱਚ ਲੜੀ ਸੀ, ਜਿਸ ਨੂੰ ਅੱਜ ਜੰਗ ਉਲ ਬਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇ ਅੱਜ ਆਪਾਂ ਇਸ ਜੰਗ ਦੇ ਬਾਰੇ ਜਾਣਨਾ ਹੋਵੇ ਤਾਂ ਇਸਲਾਮ ਦੇ ਇਤਿਹਾਸਕਾਰਾਂ ਨੇ ਟਾਈਪੋਗ੍ਰਾਫੀ ਤੋਂ ਲੈ ਕੇ ਜਿਓਗ੍ਰਾਫੀਕਲ ਲੈਂਡ ਤੱਕ ਜੰਗ ਦੇ ਕੱਲੇ ਨੁਕਤਾ ਨਿਗਾਹ ਤੇ ਤਾਰੀਖੇ ਇਸਲਾਮ ਤੋਂ ਲੈ ਕੇ ਹਿਸਟਰੀ ਆਫ ਇਸਲਾਮ ਤੱਕ ਅਣਗਿਣਤ ਕਿਤਾਬਾਂ ਲਿਖ ਦਿੱਤੀਆਂ ਹਨ। ਤੇ ਜੇ ਗੱਲ ਕਰੀਏ ਸਿੱਖਾਂ ਦੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਭੰਗਾਣੀ ਦੇ ਯੁੱਧ ਦਾ ਅੱਜ 300 ਸਾਲ ਲੰਘ ਜਾਣ ਦੇ ਬਾਅਦ ਵੀ ਮਲਟੀ ਡਿਮੈਂਸ਼ਨ ਐਨਾਲਿਸਿਸ ਯਾਨੀ ਕਿ ਬਹੁ ਦਿਸ਼ਾਵੀ ਚਿੰਤਨ ਨਹੀਂ ਹੋ ਸਕਿਆ ਹੈ। ਤੁਸੀਂ ਭਾਵੇਂ ਸਿੱਖ ਲਾਇਬ੍ਰੇਰੀਆਂ ਛਾਂਟ ਮਾਰੋ ਤੇ ਭਾਵੇਂ ਆਨਲਾਈਨ ਸਰਚ ਕਰ ਲਓ। ਡਾਕਟਰ ਸੁਖਪ੍ਰੀਤ ਸਿੰਘ ਉਡੋਕੇ ਦੇ ਲੈਕਚਰ ਤੇ ਕੁਝ ਹੋਰ ਇੱਕਾ ਦੁੱਕਾ ਸਰੋਤ ਛੱਡ ਦਈਏ ਤਾਂ ਆਫਲਾਈਨ ਜਾਂ ਆਨਲਾਈਨ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੀ ਇੰਨੀ ਵੱਡੀ ਘਟਨਾ ਦਾ ਕੋਈ ਮੈਟਰ ਹੀ ਨਹੀਂ ਮਿਲੂਗਾ। ਜੰਗ ਦੇ ਕਾਰਨ, ਜੰਗ ਦੀ ਪਿੱਠ ਭੂਮੀ, ਜੰਗ ਕਿਵੇਂ ਲੜੀ ਗਈ ਤੇ ਜੰਗ ਦੇ ਪ੍ਰਭਾਵ, ਇਹ ਸਭ ਤਾਂ ਬੜੀ ਦੂਰ ਦੀ ਗੱਲ ਹੈ। ਅਸੀਂ ਤਾਂ ਅੱਜ ਤੱਕ ਜੰਗ ਦੀ ਤਰੀਕ ਤੱਕ ਨਿਰਧਾਰਿਤ ਨਹੀਂ ਕਰ ਪਾਏ ਹਾਂ। ਕਿਸੇ ਇਤਿਹਾਸਕਾਰ ਨੇ ਜੰਗ ਦੀ ਤਰੀਕ 14 ਅਪ੍ਰੈਲ ਦੱਸੀ ਹੈ, ਕਿਸੇ ਨੇ 18 ਸਤੰਬਰ ਤੇ ਨਵੀਨਤਮ ਸਰੋਤਾਂ ਦੇ ਆਧਾਰ ਤੇ ਇਹ ਤਰੀਕ 30 ਅਕਤੂਬਰ 1688 ਮੰਨੀ ਜਾ ਰਹੀ ਹੈ। ਇਸ ਵੀਡੀਓ ਨੂੰ ਬਣਾਉਣ ਲਈ ਕੁੱਲ 17 ਕੁ ਸਰੋਤਾਂ ਦੀ ਵਰਤੋਂ ਕੀਤੀ ਗਈ ਹੈ, ਜਿਹਦੇ ਚ ਮੁੱਖ ਤੌਰ ਤੇ ਡਾਕਟਰ ਸੁਖਪ੍ਰੀਤ ਸਿੰਘ ਉਡੋਕੇ ਦੀ ਰਿਸਰਚ ਤੋਂ ਇਲਾਵਾ ਕੁਝ ਫਾਰਸੀ ਤੇ ਉਰਦੂ ਦੀਆਂ ਲਿਖਤਾਂ ਤੇ ਉਸ ਸਮੇਂ ਦੇ ਸਰਕਾਰੀ ਦਸਤਾਵੇਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਿੱਖ ਇਤਿਹਾਸ ਦੀ ਇਸ ਅਤੀ ਮਹੱਤਵਪੂਰਨ ਘਟਨਾ ਨਾਲ ਵਿਸਤਾਰ ਵਿੱਚ ਜਾਣੂ ਹੋਵਾਂਗੇ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਕਸੈਸ ਦਾ ਰਾਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਤਾਂ ਜੋ ਸਿੱਖ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਸ਼ਾਨਦਾਰ ਵੀਡੀਓਜ਼ ਤੁਹਾਡੇ ਤੱਕ ਲਗਾਤਾਰ ਪਹੁੰਚਦੇ ਰਹਿਣ। ਬਾਬਾ ਬੰਦਾ ਸਿੰਘ ਜੀ ਬਹਾਦਰ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਹਰੀ ਸਿੰਘ ਨਲੂਆ, ਸਿੱਖ ਦਿੱਲੀ ਫਤਿਹ, ਸਰਦਾਰ ਉਦਮ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ। ਤੁਸੀਂ ਜਿਸ ਵੀ ਟੌਪਿਕ ਬਾਰੇ ਸੋਚਦੇ ਹੋ ਕਿ ਤੁਹਾਨੂੰ ਸਭ ਕੁਝ ਪਤਾ ਹੈ, ਪਹਿਲਾ ਵੀਡੀਓ ਉਸੇ ਟੌਪਿਕ ਦਾ ਦੇਖਿਓ, ਤੁਹਾਨੂੰ 100 ਨਵੀਆਂ ਗੱਲਾਂ ਪਤਾ ਲੱਗਣਗੀਆਂ। ਗਦਰੀ ਬਾਬੇ ਅਤੇ ਗਦਰ ਲਹਿਰ ਤੇ ਬਹੁਤ ਸਾਰੇ ਕਮੈਂਟਸ ਆ ਰਹੇ ਹਨ। ਜੇ ਤੁਸੀਂ ਵੀ ਇਸ ਟੌਪਿਕ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਜ਼ਰੂਰ ਦੱਸਿਓ। ਜੇ ਆਪਾਂ ਨਕਸ਼ੇ ਵੱਲ ਨਜ਼ਰ ਮਾਰੀਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਪਾਉਂਟਾ ਸਾਹਿਬ ਜਿਹਦੇ ਨੇੜੇ ਭੰਗਾਣੀ ਦੀ ਜੰਗ ਹੋਈ ਸੀ, ਇਹਨਾਂ ਦੋਵਾਂ ਥਾਵਾਂ ਦੀ ਦੂਰੀ ਪੂਰੇ 201 ਕਿਲੋਮੀਟਰ ਦੀ ਹੈ। ਫਿਰ ਗੁਰੂ ਸਾਹਿਬ ਨੂੰ ਇੰਨੀ ਦੂਰ ਇਹ ਜੰਗ ਲੜਨ ਕਿਉਂ ਜਾਣਾ ਪਿਆ, ਜਾਂ ਫਿਰ ਉੱਥੇ ਗੁਰੂ ਸਾਹਿਬ ਗਏ ਕਿਸੇ ਹੋਰ ਕਾਰਨ ਕਰਕੇ ਸਨ ਤੇ ਉੱਥੇ ਜਾ ਕੇ ਜੰਗ ਦਾ ਸਬਬ ਬਣ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਉਂਟਾ ਸਾਹਿਬ ਜਾਣ ਦਾ ਕਾਰਨ ਸਾਨੂੰ ਕਿਸੇ ਧਾਰਮਿਕ ਸਰੋਤ ਵਿੱਚ ਨਹੀਂ, ਸਗੋਂ ਉਸ ਸਮੇਂ ਦੇ ਗਜੈਸਟੀਅਰ ਯਾਨੀ ਕਿ ਸਰਕਾਰੀ ਦਸਤਾਵੇਜ਼ਾਂ ਵਿੱਚ ਮਿਲਦਾ ਹੈ। ਉਸ ਪਾਸੇ ਯਮੁਨਾ ਲਾਗੇ ਨਾਹਨ ਦੇ ਇਲਾਕੇ ਵਿੱਚ ਗੁਰੂ ਸਾਹਿਬ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਅਤੇ ਸ਼੍ਰੀਨਗਰ ਗੜਵਾਲ ਦੇ ਰਾਜੇ ਫਤਿਹ ਚੰਦ ਦੀ ਇਲਾਕੇ ਦੇ ਮਸਲਿਆਂ ਤੇ ਸੁਲ੍ਹਾ ਕਰਾਉਣ ਲਈ ਗਏ ਸਨ। ਇਸ ਗੱਲ ਦਾ ਸਿੱਧਾ ਮਤਲਬ ਇਹ ਬਣਦਾ ਹੈ ਕਿ ਉਸ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭਾਵ ਹਿੰਦੁਸਤਾਨ ਦੇ ਇਲਾਕੇ ਵਿੱਚ ਤੇ ਹਿੰਦੁਸਤਾਨ ਦੇ ਰਾਜਿਆਂ ਤੇ ਇੰਨਾ ਸੀ ਕਿ ਜੇ ਕਿਤੇ ਦੋ ਰਾਜਿਆਂ ਵਿੱਚ ਕਿਸੇ ਗੱਲ ਤੋਂ ਮਤਭੇਦ ਹੋ ਜਾਂਦੇ ਸਨ ਤਾਂ ਗੁਰੂ ਮਹਾਰਾਜ ਉਹਨਾਂ ਦੀ ਸੁਲ੍ਹਾ ਸਫਾਈ ਕਰਾਉਣ ਦਾ ਰੁਤਬਾ ਰੱਖਦੇ ਸਨ। ਤੇ ਇੱਥੇ ਨਾਹਨ ਵਾਲੇ ਪਾਸੇ ਰੁਕਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਜਗ੍ਹਾ ਚੁਣੀ ਉਹ ਸੀ ਪਾਉਂਟਾ, ਜਿਸ ਨੂੰ ਅੱਜ ਆਪਾਂ ਪਾਉਂਟਾ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਇਸ ਥਾਂ ਬਾਰੇ ਕੁਝ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਜਹ ਸਤਗੁਰ ਕੇ ਪਾਂਵ ਤੈ ਗ੍ਰਾਮ ਪਾਉਂਟਾ ਨਾਮ, ਯਾਨੀ ਕਿ ਜਿੱਥੇ ਗੁਰੂ ਮਹਾਰਾਜ ਦੇ ਪਾਂਵ ਪਏ ਉਸ ਥਾਂ ਦਾ ਨਾਮ ਪਾਉਂਟਾ ਸਾਹਿਬ ਪੈ ਗਿਆ। ਪਰ ਨਵੀਨਤਮ ਸਰੋਤਾਂ ਵਿੱਚ ਜੋ ਲਿਖਤਾਂ ਮਿਲਦੀਆਂ ਹਨ ਉਹ ਸੱਚ ਦੇ ਜ਼ਿਆਦਾ ਨੇੜੇ ਜਾਪਦੀਆਂ ਹਨ। ਸ਼ਹਿਰ ਪਾਉਂਟਾ ਕੀ ਸੁਧ ਲਈ, ਯਾਨੀ ਕਿ ਗੁਰੂ ਸਾਹਿਬ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਪਾਉਂਟਾ ਸਾਹਿਬ ਵਸਿਆ ਹੋਇਆ ਸੀ। ਤੇ ਜੇ ਇਸ ਸ਼ਹਿਰ ਦਾ ਪਿਛੋਕੜ ਫਰੋਲੀਏ ਤਾਂ 1082 ਸਨ ਵਿੱਚ ਬੱਦਲ ਫਟਣ ਕਰਕੇ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਤੇ 1095 ਵਿੱਚ ਜੈਸਲਮੇਰ ਦੇ ਰਾਜੇ ਭੀਖਾ ਰਾਵਲ ਦੇ ਭਤੀਜੇ ਸੁਬੰਸ ਪ੍ਰਕਾਸ਼ ਨੇ ਇਸ ਸ਼ਹਿਰ ਨੂੰ ਮੁੜ ਵਸਾਇਆ, ਜਿਹਦੀ 13ਵੀਂ ਪੀੜ੍ਹੀ ਵਿੱਚੋਂ ਰਾਜੇ ਮੇਦਨੀ ਪ੍ਰਕਾਸ਼ ਦੀ ਸੁਲ੍ਹਾ ਕਰਾਉਣ ਲਈ ਅੱਜ ਗੁਰੂ ਸਾਹਿਬ ਇੱਥੇ ਪਧਾਰੇ ਸਨ। ਪਰ ਗੁਰੂ ਸਾਹਿਬ ਨੇ ਸਿੱਖਾਂ ਦੇ ਇਸ ਨਵੇਂ ਟਿਕਾਣੇ ਦੇ ਰੂਪ ਵਿੱਚ ਇਸੇ ਥਾਂ ਨੂੰ ਹੀ ਕਿਉਂ ਚੁਣਿਆ? ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਸ ਦੇ 6 ਵੱਡੇ ਕਾਰਨ ਦੱਸੇ ਗਏ ਹਨ। ਜੇ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਹਾਨੀ ਪੱਖ ਨੂੰ ਨਜ਼ਰਅੰਦਾਜ਼ ਵੀ ਕਰ ਦਈਏ ਤਾਂ ਵੀ ਉਹਨਾਂ ਦੀ ਯੁੱਧ ਨੀਤੀ ਤੇ ਦੂਰਅੰਦੇਸ਼ੀ ਕਰਕੇ ਦੁਨੀਆ ਭਰ ਦੇ ਵਿਦਵਾਨ ਉਹਨਾਂ ਨੂੰ ਚੋਟੀ ਦੇ ਜਰਨੈਲਾਂ ਵਿੱਚ ਸ਼ਾਮਿਲ ਕਰਦੇ ਹਨ। ਸਿੱਖਾਂ ਦੇ ਨਵੇਂ ਟਿਕਾਣੇ ਦੇ ਰੂਪ ਵਿੱਚ ਪਾਉਂਟਾ ਸਾਹਿਬ ਨੂੰ ਚੁਣਨ ਦਾ ਪਹਿਲਾ ਵੱਡਾ ਕਾਰਨ ਸੀ ਕਿ ਇੱਥੇ ਯਮੁਨਾ ਨਦੀ ਦੇ ਰੂਪ ਵਿੱਚ ਪਾਣੀ ਦਾ ਇੱਕ ਵੱਡਾ ਸਰੋਤ ਮੌਜੂਦ ਸੀ। ਦੂਜਾ, ਪਾਣੀ ਦਾ ਬਹੁਤ ਵੱਡਾ ਸਰੋਤ ਹੋਣ ਦੇ ਬਾਵਜੂਦ
ਕੰਢਿਆਂ ਦੀ ਉਚਾਈ ਇੰਨੀ ਸੀ ਕਿ ਹੜ੍ਹ ਜਾਂ ਕਿਸੇ ਹੋਰ ਰੂਪ ਵਿੱਚ ਪਾਣੀ ਨੁਕਸਾਨ ਨਹੀਂ ਸੀ ਪਹੁੰਚਾ ਸਕਦਾ। ਤੀਸਰਾ, ਇਹ ਸਾਰਾ ਖੇਤਰ ਉੱਚੀਆਂ-ਉੱਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਸੀ ਜੋ ਜੰਗੀ ਨੀਤੀਆਂ ਦੇ ਹਿਸਾਬ ਨਾਲ ਬੇहद ਅਹਿਮ ਮੰਨਿਆ ਜਾਂਦਾ ਸੀ। ਚੌਥਾ, ਇਹਨਾਂ ਪਹਾੜੀਆਂ ਦੀਆਂ ਘਾਟੀਆਂ ਵਿੱਚ ਬਹੁਤ ਸੰਘਣੇ ਦਰਖਤਾਂ ਵਾਲੇ ਜੰਗਲ ਵੀ ਮੌਜੂਦ ਸਨ। ਪੰਜਵਾਂ, ਚਾਰੇ ਪਾਸੇ ਪਹਾੜੀਆਂ ਅਤੇ ਜੰਗਲਾਂ ਨਾਲ ਘਿਰਿਆ ਇਹ ਇੱਕ ਵੱਡਾ ਮੈਦਾਨੀ ਖੇਤਰ ਸੀ। ਛੇਵਾਂ, ਇਸ ਮੈਦਾਨੀ ਖੇਤਰ ਦੀ ਮਿੱਟੀ ਚਿੱਕੜ ਵਾਲੀ ਸੀ ਜੋ ਕਿ ਘੋੜਸਵਾਰੀ ਕਰਨ ਲਈ ਬਹੁਤ ਵਧੀਆ ਮੰਨੀ ਜਾਂਦੀ ਸੀ। ਦਸ਼ਮੇਸ਼ ਪਿਤਾ ਦੇ ਇਸ ਸ਼ਹਿਰ ਵਿੱਚ ਸ਼ਸਤਰ ਤੇ ਸ਼ਾਸਤਰ ਦੋਨਾਂ ਦੀ ਵਿੱਦਿਆ ਨਾਲ-ਨਾਲ ਦਿੱਤੀ ਜਾਂਦੀ ਸੀ। ਸ਼ਸਤਰ ਵਿੱਦਿਆ ਨੂੰ ਮੁੱਖ ਰੱਖਦਿਆਂ ਹੀ ਸੰਘਣੇ ਜੰਗਲਾਂ ਦੀ ਨੇੜਲੀ ਥਾਂ ਨੂੰ ਚੁਣਿਆ ਗਿਆ ਸੀ ਕਿਉਂਕਿ ਇਹੋ ਜਿਹੀਆਂ ਥਾਵਾਂ ਤੇ ਆਦਮਖੋਰ ਜੰਗਲੀ ਜਾਨਵਰ ਵੱਡੀ ਗਿਣਤੀ ਵਿੱਚ ਹੁੰਦੇ ਹਨ ਜਿਨ੍ਹਾਂ ਦਾ ਸ਼ਿਕਾਰ ਖੇਡ ਕੇ ਸਿੱਖ ਸ਼ਸਤਰ ਵਿੱਦਿਆ ਦਾ ਅਭਿਆਸ ਕਰ ਸਕਦੇ ਸਨ। ਮੈਡੀਕਲ ਫੀਲਡ ਵਿੱਚ ਨਵੇਂ ਡਾਕਟਰਸ ਨੂੰ ਡਾਈਸੈਕਸ਼ਨ ਦੀ ਪ੍ਰੈਕਟਿਸ ਸਿਰਫ ਇਸ ਲਈ ਨਹੀਂ ਕਰਾਈ ਜਾਂਦੀ ਕਿ ਉਹ ਕੱਟ ਵੱਢ ਕੇ ਵੇਖ ਸਕਣ ਕਿ ਡੱਡੂ ਦਾ ਕਿਹੜਾ ਅੰਗ ਕਿਵੇਂ ਕੰਮ ਕਰਦਾ ਹੈ। ਇਸ ਦਾ ਇੱਕ ਮੁੱਖ ਕਾਰਨ ਇਹ ਵੀ ਹੁੰਦਾ ਹੈ ਕਿ ਅੱਖਾਂ ਸਾਹਮਣੇ ਲਹੂ ਵੇਖ-ਵੇਖ ਕੇ ਡਾਕਟਰ ਦੀ ਮਾਨਸਿਕਤਾ ਇੰਨੀ ਕੁ ਮਜ਼ਬੂਤ ਹੋ ਜਾਵੇ ਕਿ ਉਹ ਮਰੀਜ਼ ਦੀ ਚੀਰ-ਫਾੜ ਕਰਦਿਆਂ ਉਸ ਦਾ ਲਹੂ ਡੁੱਲਦਾ ਵੇਖ ਕੇ ਘਬਰਾਉਣ ਨਾ। ਇਸੇ ਤਰ੍ਹਾਂ ਹੀ ਯੋਧਿਆਂ ਲਈ ਵੀ ਸ਼ਿਕਾਰ ਤਾਂ ਹੀ ਜ਼ਰੂਰੀ ਮੰਨਿਆ ਜਾਂਦਾ ਹੈ ਤਾਂ ਜੋ ਉਹ ਵੀ ਲਹੂ ਵੇਖਣ ਦੇ ਆਦੀ ਹੋ ਜਾਣ ਤੇ ਜੰਗ ਵੇਲੇ ਦੁਸ਼ਮਣ ਦੇ ਆਹੂ ਲਾਉਣ ਤੋਂ ਪਿੱਛੇ ਨਾ ਹਟਣ। ਤੇ ਜੇ ਗੱਲ ਕਰੀਏ ਸ਼ਾਸਤਰਾਂ ਦੀ ਤਾਂ ਚਾਣਕੇ ਦੇ ਦੋ ਗ੍ਰੰਥ ਬੜੇ ਹੀ ਉੱਚੇ ਪੱਧਰ ਦੇ ਹਨ। ਪਹਿਲਾ ਹੈ ਚਾਣਕੇ ਨੀਤੀ ਤੇ ਦੂਸਰਾ ਹੈ ਚਾਣਕੇ ਸੂਤਰ। ਚਾਣਕੇ ਨੀਤੀ ਹੈ ਕਿ ਰਾਜ ਲੈਣਾ ਕਿਵੇਂ ਹੈ ਤੇ ਚਾਣਕੇ ਸੂਤਰ ਹੈ ਕਿ ਰਾਜ ਕਰਨਾ ਕਿਵੇਂ ਹੈ। ਇਸ ਚਾਣਕੇ ਨੀਤੀ ਦੇ ਤਹਿਤ ਹੀ ਪਿਛਲੇ ਲਗਭਗ 100 ਸਾਲਾਂ ਤੋਂ ਸਾਡੇ ਧਰਮ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸਿੱਖ ਹਜੇ ਤੱਕ ਇਸ ਨੀਤੀ ਨੂੰ ਸਮਝ ਨਹੀਂ ਪਾਏ ਹਨ। ਪਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਰਅੰਦੇਸ਼ੀ ਇੰਨੀ ਸੀ ਕਿ ਉਹਨਾਂ ਨੇ ਅੱਜ ਤੋਂ ਲਗਭਗ 300 ਸਾਲ ਪਹਿਲਾਂ ਇਹਨਾਂ ਸਭ ਗੱਲਾਂ ਦਾ ਅੰਦਾਜ਼ਾ ਲਾ ਲਿਆ ਸੀ। ਇਸੇ ਲਈ ਦਸ਼ਮੇਸ਼ ਪਿਤਾ ਨੇ ਪਾਉਂਟਾ ਸਾਹਿਬ ਪਹੁੰਚ ਕੇ ਕਵੀ ਸੈਨਾਪਤ ਤੋਂ ਸਭ ਤੋਂ ਪਹਿਲਾਂ ਜਿਹੜੇ ਗ੍ਰੰਥ ਦਾ ਪੰਜਾਬੀ ਅਨੁਵਾਦ ਕਰਵਾਇਆ ਉਹ ਸੀ ਚਾਣਕੇ ਨੀਤੀ, ਤਾਂ ਜੋ ਸਿੱਖ ਗੁਰਮੁਖੀ ਲਿਪੀ ਵਿੱਚ ਇਸ ਗ੍ਰੰਥ ਦਾ ਆਸਾਨੀ ਨਾਲ ਅਧਿਐਨ ਕਰਕੇ ਇਸ ਨੀਤੀ ਨੂੰ ਸਮਝ ਸਕਣ। ਇੱਥੋਂ ਤੱਕ ਆਪਾਂ ਇਤਿਹਾਸ ਸੁਣਿਆ ਸਿੱਖਾਂ ਦਾ ਪਾਉਂਟਾ ਸਾਹਿਬ ਦੀ ਧਰਤੀ ਤੇ ਵਸਣ ਦਾ, ਤੇ ਹੁਣ ਅੱਗੇ ਵੇਖਾਂਗੇ ਕਿ ਭੰਗਾਣੀ ਦੀ ਜੰਗ ਕਿਉਂ ਤੇ ਕਿਵੇਂ ਹੋਈ। ਪਰ ਉਸ ਤੋਂ ਪਹਿਲਾਂ ਜੇ ਤੁਸੀਂ ਸਹਿਮਤੀ ਦਿਓ ਤਾਂ ਮੈਂ ਟੌਪਿਕ ਤੋਂ ਹਟ ਕੇ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨੀ ਸੀ। ਅੱਜ ਦਾ ਦੌਰ ਟੈਕਨੋਲੋਜੀ ਦਾ ਦੌਰ ਹੈ। ਇਹ ਤਾਂ ਹੈ ਨਹੀਂ ਕਿ ਪੰਜਾਬ ਵਿੱਚ ਕੋਈ ਟੈਕਨੋਲੋਜੀ ਤੇ ਮੋਬਾਈਲਸ ਯੂਜ਼ ਨਹੀਂ ਕਰਦਾ। ਇੱਕ ਐਵਰੇਜ ਪੰਜਾਬੀ ਦਿਨ ਦੇ 6 ਘੰਟੇ ਸਮਾਰਟਫੋਨ ਚਲਾਉਂਦੇ ਹੋਏ ਬਿਤਾਉਂਦਾ ਹੈ। ਪਰ ਫਿਰ ਵੀ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਸਮਾਰਟਫੋਨ ਤੇ ਟੈਕਨੋਲੋਜੀ ਦੀ ਜਾਣਕਾਰੀ ਦੇਣ ਵਾਲਾ ਇੱਕ ਵੀ ਚੈਨਲ YouTube ਤੇ ਅਵੇਲੇਬਲ ਨਹੀਂ ਹੈ। ਇਸ ਲਈ ਸਾਡੀ ਸਕਸੈਸਦਾਰਾ ਟੀਮ ਵਿੱਚੋਂ ਮੇਰੀ ਵਾਈਫ ਨੇ ਇੱਕ ਨਵਾਂ ਚੈਨਲ ਸ਼ੁਰੂ ਕੀਤਾ ਹੈ, ਟੈਕਨੀਕਲ ਸਰਦਾਰਨੀ। ਇਸ ਚੈਨਲ ਤੇ ਤੁਹਾਨੂੰ ਸਮਾਰਟਫੋਨ ਤੇ ਟੈਕਨੋਲੋਜੀ ਨਾਲ ਜੁੜੀ ਹਰ ਜਾਣਕਾਰੀ ਸਰਲ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੂਗੀ। ਇਸ ਚੈਨਲ ਤੇ ਪਿਛਲੇ 3 ਹਫ਼ਤਿਆਂ ਤੋਂ ਲਗਾਤਾਰ ਵੀਡੀਓਜ਼ ਅਪਲੋਡ ਕੀਤੇ ਜਾ ਰਹੇ ਹਨ। ਸਬਸਕ੍ਰਾਈਬ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਮਰਜ਼ੀ, ਪਰ ਇੱਕ ਵਾਰ ਮੇਰੀ ਰਿਕੁਐਸਟ ਦਾ ਮਾਨ ਰੱਖਦੇ ਹੋਏ ਚੈਨਲ ਨੂੰ ਜਾ ਕੇ ਵਿਜ਼ਿਟ ਜ਼ਰੂਰ ਕਰਿਓ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਤੇ ਵੀਡੀਓ ਦੇ ਐਂਡ ਵਿੱਚ ਦੋਨੋਂ ਜਗ੍ਹਾ ਤੇ ਹੀ ਮਿਲ ਜਾਣਗੇ। ਤੇ ਜੇ ਤੁਸੀਂ ਆਪ ਜਾ ਕੇ YouTube ਤੇ ਸਰਚ ਕਰੋਗੇ ਤਾਂ ਤੁਹਾਡੀ ਹੋਰ ਵੀ ਜ਼ਿਆਦਾ ਮਿਹਰਬਾਨੀ, ਕਿਉਂਕਿ ਇਸ ਨਾਲ ਚੈਨਲ ਸਰਚ ਵਿੱਚ ਉੱਪਰ ਆਊਗਾ ਤੇ ਫਿਰ YouTube ਆਪ ਇਸ ਨੂੰ ਪ੍ਰਮੋਟ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਊਗਾ। ਤੇ ਆਓ ਹੁਣ ਆਪਾਂ ਇਤਿਹਾਸ ਵਿੱਚ ਵਾਪਸ ਚੱਲੀਏ। ਇਸ ਜੰਗ ਦੇ ਕਾਰਨਾਂ ਨੂੰ ਸਮਝਣ ਲਈ ਆਪਾਂ ਨੂੰ ਦਸ਼ਮੇਸ਼ ਪਿਤਾ ਜੀ ਦੇ ਸਮੇਂ ਤੋਂ ਥੋੜਾ ਪਿੱਛੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਾਲ ਵਿੱਚ ਜਾਣਾ ਪਊਗਾ। ਜਦੋਂ ਬਰਮਾ ਦੇ ਰਾਜੇ ਨੇ ਥਾਈਲੈਂਡ ਯਾਨੀ ਕਿ ਉਸ ਸਮੇਂ ਦੇ ਸਾਮਦੇਸ ਵਾਲੇ ਇਲਾਕੇ ਤੇ ਕਬਜ਼ਾ ਕਰ ਲਿਆ ਸੀ ਤਾਂ ਦੋਵਾਂ ਦੇਸ਼ਾਂ ਵਿੱਚ ਛਿੜੇ ਜ਼ਮੀਨੀ ਵਿਵਾਦ ਦਾ ਨਿਪਟਾਰਾ ਕਰਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਾਮਦੇਸ ਯਾਨੀ ਕਿ ਥਾਈਲੈਂਡ ਬੁਲਾਇਆ ਗਿਆ ਸੀ। ਜ਼ਮੀਨੀ ਵਿਵਾਦ ਦੇ ਨਿਪਟਾਰੇ ਤੋਂ ਬਾਅਦ ਸਾਮਦੇਸ ਦੇ ਰਾਜੇ ਰਾਮ ਰਾਏ ਅਤੇ ਰਾਣੀ ਸਵਰਨਮਤੀ ਨੇ ਗੁਰੂ ਤੇਗ ਬਹਾਦਰ ਜੀ ਮੂਹਰੇ ਆਪਣਾ ਦੁਖੜਾ ਸੁਣਾਇਆ ਕਿ ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਹੈ। ਤਦ 9ਵੇਂ ਪਾਤਸ਼ਾਹ ਦੇ ਵਚਨਾਂ ਦਾ ਸਦਕਾ ਉਸ ਪਰਿਵਾਰ ਨੂੰ ਪੁੱਤਰ ਪ੍ਰਾਪਤੀ ਹੋਈ ਸੀ। ਰਾਜੇ ਰਾਮ ਰਾਏ ਦੇ ਮਰਨ ਬਾਅਦ ਜਦੋਂ ਉਸ ਦਾ ਪੁੱਤਰ ਰਤਨ ਰਾਏ ਗੱਦੀ ਤੇ ਬੈਠਦਾ ਹੈ ਤਾਂ ਮਾਂ ਸਵਰਨਮਤੀ ਦੱਸਦੀ ਹੈ ਕਿ ਪੁੱਤਰਾ, ਕਿ ਜਿਹੜੇ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਤੂੰ ਇਸ ਦੁਨੀਆ ਵਿੱਚ ਆਇਆ ਹੈ ਉਹ ਤਾਂ ਹਿੰਦੂ ਧਰਮ ਦੀ ਰੱਖਿਆ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ, ਪਰ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਮੇਂ ਗੁਰੂ ਗੱਦੀ ਤੇ ਸ਼ੋਭਾਇਮਾਨ ਹਨ। ਮੈਂ ਚਾਹੁੰਦੀ ਹਾਂ ਕਿ ਤੂੰ ਜਾ ਕੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰੇ। ਰਤਨ ਰਾਏ ਦੇ ਆਪਦੇ ਮਨ ਵਿੱਚ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਬੜਾ ਚਾਅ ਸੀ। ਦਰਸ਼ਨ ਕਰਨ ਜਾਂਦਿਆਂ ਰਤਨ ਰਾਏ ਗੁਰੂ ਸਾਹਿਬ ਨੂੰ ਭੇਟਾ ਕਰਨ ਲਈ ਕੁਝ ਬਹੁਤ ਹੀ ਮਹਿੰਗੇ ਤੋਹਫੇ ਆਪਣੇ ਨਾਲ ਲੈ ਕੇ ਗਿਆ। ਇਹਨਾਂ ਚੋਂ ਸਭ ਤੋਂ ਮੁੱਖ ਸੀ ਪ੍ਰਸ਼ਾਦੀ ਹਾਥੀ। ਸੁੰਡ ਤੋਂ ਲੈ ਕੇ ਪੂਛ ਤੱਕ ਚਿੱਟੀ ਧਾਰੀ ਵਾਲਾ ਇਹ ਵਿਸ਼ੇਸ਼ ਪ੍ਰਜਾਤੀ ਦਾ ਹਾਥੀ ਉਸ ਸਮੇਂ ਸਿਰਫ ਥਾਈਲੈਂਡ ਦੇ ਸ਼ਾਹੀ ਅਸਤਬਲ ਵਿੱਚ ਹੀ ਮਿਲਦੇ ਸਨ। ਉਹ ਵੀ ਲੁਪਤ ਹੋ ਰਹੀ ਪ੍ਰਜਾਤੀ ਦੇ ਮਸਾਂ 5-7 ਹਾਥੀ ਹੀ ਇਸ ਦੁਨੀਆ ਵਿੱਚ ਬਚੇ ਸਨ।
ਹਿੰਦੁਸਤਾਨ ਦੇ ਕਿਸੇ ਛੋਟੇ-ਮੋਟੇ ਰਾਜੇ ਕੋਲ ਤਾਂ ਕੀ ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਦੇ ਮਾਲਕ ਔਰੰਗਜ਼ੇਬ ਕੋਲ ਵੀ ਇਹੋ ਜਿਹਾ ਹਾਥੀ ਨਹੀਂ ਸੀ। ਇਸ ਤੋਂ ਇਲਾਵਾ ਰਤਨ ਰਾਏ ਨੇ ਗੁਰੂ ਮਹਾਰਾਜ ਨੂੰ ਇੱਕ ਪੰਚਕਲਾ ਸ਼ਸਤਰ, ਇੱਕ ਬਹੁਤ ਸੋਹਣੀ ਤਿਆਰ ਕੀਤੀ ਹੋਈ ਚੋਪਰ ਦੀ ਖੇਡ ਤੇ ਇੱਕ ਸੁੰਦਰ ਪਿਆਲਾ ਭੇਟ ਕੀਤਾ ਸੀ। ਇਹ ਕੜੀ ਅੱਗੇ ਚੱਲ ਕੇ ਮੇਨ ਮੁੱਦੇ ਨਾਲ ਜੁੜੂਗੀ। ਫਿਲਹਾਲ ਇਸ ਨੂੰ ਇੱਥੇ ਹੀ ਛੱਡ ਕੇ ਆਓ ਆਪਾਂ ਆਪਣੀ ਸੁਰਤ ਨੂੰ ਕਾਬੁਲ ਅਫਗਾਨਿਸਤਾਨ ਦੀਆਂ ਪਹਾੜੀਆਂ ਵੱਲ ਲੈ ਚੱਲੀਏ। ਕਾਬੁਲ ਦੀ ਜਨਤਾ ਆਪਣੇ ਲੋਕਲ ਸ਼ਾਸਕ ਦੀਆਂ ਜ਼ੁਲਮੀ ਨੀਤੀਆਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੀ ਸੀ। ਇਸੇ ਲਈ ਜਦੋਂ ਔਰੰਗਜ਼ੇਬ ਦੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੇ, ਜੋ ਕਿ ਅੱਗੇ ਚੱਲ ਕੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਰਖਵਾਇਆ, ਉਸਨੇ ਜਦੋਂ ਕਾਬੁਲ ਨੂੰ ਫਤਿਹ ਕਰਕੇ ਔਰੰਗਜ਼ੇਬ ਦੇ ਰਾਜ ਵਿੱਚ ਮਿਲਾਇਆ ਤਾਂ ਲੋਕਲ ਜਨਤਾ ਨੇ ਇਸ ਦਾ ਸਵਾਗਤ ਕੀਤਾ। ਕਾਬੁਲ ਦੇ ਪਠਾਨਾਂ ਨੇ 2 ਲੱਖ ਰੁਪਏ ਇਕੱਠੇ ਕੀਤੇ ਤੇ ਇੱਕ ਬਹੁਤ ਹੀ ਸ਼ਾਨਦਾਰ ਚਾਨਣੀ ਤਿਆਰ ਕਰਵਾ ਕੇ ਆਪਣੇ ਨਵੇਂ ਬਾਦਸ਼ਾਹ ਔਰੰਗਜ਼ੇਬ ਨੂੰ ਤੋਹਫੇ ਵਜੋਂ ਦਿੱਲੀ ਭੇਜੀ। ਕਾਬੁਲ ਵਿੱਚ ਸਿੱਖੀ ਦਾ ਪ੍ਰਚਾਰ ਪਹਿਲੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਹੋ ਰਿਹਾ ਸੀ ਤੇ ਇਸ ਪਾਸੇ ਸਿੱਖੀ ਦਾ ਸਭ ਤੋਂ ਵੱਧ ਪ੍ਰਚਾਰ 6ਵੇਂ ਤੇ 7ਵੇਂ ਪਾਤਸ਼ਾਹ ਦੇ ਸਮੇਂ ਵਿੱਚ ਹੋਇਆ। ਜਦੋਂ ਕਾਬੁਲ ਦੀ ਸੰਗਤ ਨੂੰ ਪਤਾ ਲੱਗਾ ਕਿ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਲਈ 2 ਲੱਖ ਰੁਪਏ ਦੀ ਚਾਨਣੀ ਤਿਆਰ ਕਰਕੇ ਭਿਜਵਾਈ ਗਈ ਹੈ, ਤਾਂ ਉੱਥੋਂ ਦੇ ਮਸੰਦ ਭਾਈ ਦੁਨੀ ਚੰਦ ਦੀ ਅਗਵਾਈ ਵਿੱਚ ਕਾਬੁਲ ਦੀਆਂ ਸੰਗਤਾਂ ਨੇ ਮਾਇਆ ਇਕੱਠੀ ਕੀਤੀ ਤੇ ਉਹਨਾਂ ਸਮਿਆਂ ਵਿੱਚ 4.5 ਲੱਖ ਰੁਪਏ ਦੀ ਸ਼ਾਨਦਾਰ ਚਾਨਣੀ ਤਿਆਰ ਕਰਵਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟਾ ਕਰਨ ਲਈ ਅਨੰਦਪੁਰ ਸਾਹਿਬ ਭਿਜਵਾਈ। ਇੱਥੇ ਗੱਲ ਸਿਰਫ ਚਾਨਣੀ ਦੇ ਮੁੱਲ ਦੀ ਨਹੀਂ, ਅਸਲ ਅਹਿਮੀਅਤ ਹੈ ਕਾਬੁਲ ਦੇ ਸਿੱਖਾਂ ਦੀ ਆਜ਼ਾਦ ਸੋਚ ਦੀ। ਇਹ ਚਾਨਣੀ ਭੇਜ ਕੇ ਉਹਨਾਂ ਨੇ ਸਿੱਖੀ ਦੇ ਰਾਖੇ ਤੇ ਹਕੂਮਤ ਦੇ ਬਾਗੀ ਹੋਣ ਦਾ ਸਿੱਧਾ ਐਲਾਨ ਕੀਤਾ ਸੀ। ਮੈਂ ਹੁਣੇ ਜਿਹੜੇ ਦੁਨੀ ਚੰਦ ਦੀ ਗੱਲ ਕੀਤੀ, ਇਹ ਉਹ ਦੁਨੀ ਚੰਦ ਨਹੀਂ ਜਿਹੜਾ ਹਾਥੀ ਦਾ ਮੁਕਾਬਲਾ ਕਰਨ ਦੇ ਡਰ ਤੋਂ ਅੱਧੀ ਰਾਤੀ ਅਨੰਦਪੁਰ ਸਾਹਿਬ ਦੀ ਕੰਧ ਟੱਪ ਕੇ ਭੱਜ ਗਿਆ ਸੀ। ਸਿੱਖ ਇਤਿਹਾਸ ਵਿੱਚ ਦੁਨੀ ਚੰਦ ਨਾਮ ਦੇ 4 ਬੰਦਿਆਂ ਦਾ ਜ਼ਿਕਰ ਮਿਲਦਾ ਹੈ। 2 ਦੇ ਬਾਰੇ ਮੈਂ ਹੁਣੇ ਦੱਸ ਚੁੱਕਿਆ ਹਾਂ। ਤੀਸਰਾ ਦੁਨੀ ਚੰਦ ਉਹ ਸੀ ਜੋ ਗੁਰਦਾਸ ਨੰਗਲ ਦੀ ਗੜੀ ਦਾ ਮਾਲਕ ਸੀ, ਜਿੱਥੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤੇ ਚੌਥਾ ਦੁਨੀ ਚੰਦ ਲਾਹੌਰ ਦਾ ਰਹਿਣ ਵਾਲਾ ਸੀ, ਜਿਹਦੇ ਕੋਲ ਜਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਰਾਧਾਂ ਦੀ ਕਿਰਿਆ ਦਾ ਖੰਡਨ ਕੀਤਾ ਸੀ। ਜਦੋਂ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਜੰਗਾਂ ਦਾ ਜ਼ਿਕਰ ਚੱਲਦਾ ਹੈ ਤਾਂ ਆਪਾਂ 22 ਧਰ ਦੇ ਰਾਜਿਆਂ ਦੇ ਬਾਰੇ ਜ਼ਰੂਰ ਸੁਣਦੇ ਹਾਂ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ 14 ਦੇ ਵਿੱਚੋਂ 13 ਜੰਗਾਂ ਇਹਨਾਂ 22 ਧਰ ਦੇ ਪਹਾੜੀ ਰਾਜਿਆਂ ਦੇ ਨਾਲ ਹੀ ਲੜੀਆਂ ਸਨ। ਕਿਸ਼ਨਗੜ੍ਹ ਤੋਂ ਲੈ ਕੇ ਨਾਹਨ ਤੱਕ ਇਹ ਕੁੱਲ 22 ਵੱਡੀ ਚੋਟੀਆਂ ਸਨ, ਜਿਨ੍ਹਾਂ ਚੋਂ ਇੱਕ ਚੋਟੀ ਦੇ ਰਾਜੇ ਨੂੰ ਇੱਕ ਧਾਰ ਦਾ ਰਾਜਾ ਕਿਹਾ ਜਾਂਦਾ ਸੀ। ਇਹਨਾਂ ਚੋਂ ਸਭ ਤੋਂ ਮੁੱਖ ਰਾਜੇ ਜਿਨ੍ਹਾਂ ਕੋਲ ਸਭ ਤੋਂ ਜ਼ਿਆਦਾ ਇਲਾਕਾ ਸੀ, ਉਹ ਸਨ ਰਾਜਾ ਭੀਮ ਚੰਦ ਤੇ ਰਾਜਾ ਫਤਿਹ ਚੰਦ। ਭੀਮ ਚੰਦ ਦੇ ਲੜਕੇ ਦਾ ਵਿਆਹ ਫਤਿਹ ਚੰਦ ਦੀ ਲੜਕੀ ਦੇ ਨਾਲ ਹੋਣਾ ਤੈਅ ਹੋਇਆ ਸੀ। ਰਾਜਾ ਫਤਿਹ ਚੰਦ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ, ਪਰ ਰਾਜਾ ਭੀਮ ਚੰਦ ਗੁਰੂ ਘਰ ਦੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਤੋਂ ਅੰਦਰ ਤੱਕ ਸੜਦਾ ਸੀ ਤੇ ਸਿੱਖਾਂ ਨਾਲ ਲੜਨ ਦੇ ਬਹਾਨੇ ਲੱਭਦਾ ਰਹਿੰਦਾ ਸੀ। ਗੁਰੂ ਘਰ ਕੋਲ ਪ੍ਰਸਾਦੀ ਹਾਥੀ ਤੇ ਕਾਬੁਲ ਦੀ ਚਾਨਣੀ ਵਰਗੀਆਂ ਬੇਸ਼ਕੀਮਤੀ ਚੀਜ਼ਾਂ ਵੇਖ-ਵੇਖ ਕੇ ਉਸ ਤੋਂ ਜਰੀਆਂ ਨਹੀਂ ਜਾ ਰਹੀਆਂ ਸਨ ਤੇ ਕਿਸੇ ਵੀ ਕੀਮਤ ਤੇ ਉਹ ਇਹਨਾਂ ਸਭ ਨੂੰ ਹਥਿਆਉਣਾ ਚਾਹੁੰਦਾ ਸੀ। ਇਸੇ ਲਈ ਉਸਨੇ ਆਪਣੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਇੱਕ ਦੂਤ ਭੇਜ ਕੇ, ਫਿਰ ਇੱਕ ਬ੍ਰਾਹਮਣ ਭੇਜ ਕੇ ਤੇ ਫਿਰ ਰਾਜੇ ਕੇਸਰੀ ਚੰਦ ਜਸਵਾਲ ਨੂੰ ਭੇਜ ਕੇ ਵਿਆਹ ਵਾਸਤੇ ਪ੍ਰਸਾਦੀ ਹਾਥੀ ਤੇ ਚਾਨਣੀ ਉਧਾਰੇ ਮੰਗੇ ਸਨ, ਤਾਂ ਜੋ ਉਹ ਰਿਸ਼ਤੇਦਾਰਾਂ ਦੇ ਸਾਹਮਣੇ ਇਹਨਾਂ ਬੇਸ਼ਕੀਮਤੀ ਚੀਜ਼ਾਂ ਦਾ ਦਿਖਾਵਾ ਕਰ ਸਕੇ। ਨੀਤੀ ਇਹ ਬਣਾਈ ਗਈ ਸੀ ਕਿ ਪਹਿਲਾਂ ਇਹਨਾਂ ਚੀਜ਼ਾਂ ਨੂੰ ਉਧਾਰਾ ਮੰਗਾਂਗੇ ਤੇ ਫਿਰ ਦੇਣ ਸਮੇਂ ਮੁੱਲੋਂ ਹੀ ਮੁੱਕਰ ਜਾਵਾਂਗੇ ਤੇ ਇਹਨਾਂ ਨੂੰ ਵਾਪਸ ਲੈਣ ਲਈ ਜਦੋਂ ਗੁਰੂ ਗੋਬਿੰਦ ਸਿੰਘ ਹਮਲਾ ਕਰਨਗੇ ਕਿ ਅਸੀਂ ਤਾਂ ਜੰਗ ਕਰਕੇ ਬਿਲਕੁਲ ਰਾਜੀ ਨਹੀਂ, ਸਾਨੂੰ ਤਾਂ ਆਪਣੀ ਆਤਮ ਰੱਖਿਆ ਵਿੱਚ ਹਥਿਆਰ ਚੁੱਕਣੇ ਪੈ ਰਹੇ ਹਨ। ਤੇ ਫਿਰ ਇਹ ਸਾਰੇ 22 ਧਰ ਦੇ ਰਾਜੇ ਤੇ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ, ਜੋ ਕਿ ਪਹਿਲਾਂ ਤੋਂ ਹੀ ਸਿੱਖਾਂ ਨਾਲ ਖਾਰ ਖਾਂਦਾ ਹੈ, ਇਹ ਸਾਰੇ ਸਾਡੀ ਮਦਦ ਲਈ ਫੌਜਾਂ ਭੇਜਣਗੇ ਤੇ ਅਸੀਂ ਬਿਨਾਂ ਕਿਸੇ ਬਾਹਲੀ ਖੇਚਲ ਤੋਂ ਜੰਗ ਵੀ ਜਿੱਤ ਜਾਵਾਂਗੇ ਤੇ ਇਹਨਾਂ ਬੇਸ਼ਕੀਮਤੀ ਚੀਜ਼ਾਂ ਨੂੰ ਵੀ ਹਥਿਆ ਲਵਾਂਗੇ। ਪਰ ਜੋ ਸਾਹਮਣੇ ਦਿਖ ਰਿਹਾ ਸੀ ਕਿ ਇਹੀ ਪੂਰਾ ਸੱਚ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਜੰਗ ਸਿਰਫ ਇਹਨਾਂ ਪਦਾਰਥਵਾਦੀ ਚੀਜ਼ਾਂ ਲਈ ਹੀ ਲੜੀ ਸੀ। ਅਸਲ ਵਿੱਚ ਵਿਰੋਧੀਆਂ ਨੇ ਇਹ ਤਾਂ ਸਿਰਫ ਜੰਗ ਲੜਨ ਲਈ ਬਹਾਨਾ ਬਣਾਇਆ ਸੀ। ਜੰਗ ਦਾ ਅਸਲ ਕਾਰਨ ਤਾਂ ਪਰਦੇ ਦੇ ਪਿੱਛੇ ਚੱਲ ਰਿਹਾ ਇੱਕ ਬਹੁਤ ਵੱਡਾ ਸੀਨ ਸੀ। ਇਹ ਪਰਦੇ ਦੇ ਪਿੱਛੇ ਦੀ ਸਾਰੀ ਖੇਡ ਬੜਾ ਲੰਮਾ ਚੌੜਾ ਇਤਿਹਾਸ ਹੈ। ਜੋ ਮੈਂ ਹੁਣ ਸ਼ੁਰੂ ਕਰੂੰਗਾ ਤਾਂ ਇਹ ਵੀਡੀਓ ਬਹੁਤ ਜ਼ਿਆਦਾ ਲੰਮਾ ਹੋ ਜਾਊਗਾ, ਸੋ ਆਪਾਂ ਇਹ ਸਾਰਾ ਇਤਿਹਾਸ ਅਗਲੇ ਵੀਡੀਓ ਵਿੱਚ ਸਾਂਝਾ ਕਰਾਂਗੇ, ਜੋ ਕਿ ਬਹੁਤ ਛੇਤੀ ਹੀ ਅਪਲੋਡ ਕਰ ਦਿੱਤਾ ਜਾਊਗਾ। ਵੀਡੀਓ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਕਰਕੇ ਕਿ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਦੱਸਿਓ ਕਿ ਤੁਸੀਂ ਗਦਰੀ ਬਾਬਿਆਂ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਜਾਂ ਨਹੀਂ, ਤੇ ਸਾਡੇ ਨਵੇਂ ਚੈਨਲ ਟੈਕਨੀਕਲ ਸਰਦਾਰਨੀ ਨੂੰ ਵੀ ਜ਼ਰੂਰ ਵਿਜ਼ਿਟ ਕਰਿਓ। ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।